ਪਿਆਰੇ ਬੱਚਿਓ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਜੁਪਿੰਦਰਪਾਲ ਸਿੰਘ ਹੈ। ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਲਚੀਆਂ ਵਿੱਚ ਸਥਿਤ ਹਾਂ। ਅੱਜ ਮੈਂ ਤੁਹਾਨੂੰ ਲੈਵਲ 2 ਦੀ ਯੂਨਿਟ ਨੰਬਰ 3 ਦੇ ਲੈਸਨ ਸਪੈਸ਼ਲ ਐਕਟ ਬਾਰੇ ਜਾਣਕਾਰੀ ਦੇਵਾਂਗਾ। ਸੁਰੱਖਿਆ ਕਰਮਚਾਰੀ ਨੇ ਆਪਣੀ ਤੈਨਾਤੀ ਦੀ ਸਥਿਤੀ ਅਨੁਸਾਰ ਤੈਅ ਕੀਤੇ ਨਿਯਮਾਂ ਮੁਤਾਬਕ ਕੰਮ ਕਰਨਾ ਹੁੰਦਾ ਹੈ। ਉਹਨਾਂ ਨੂੰ ਸੇਵਾ ਸੰਬੰਧੀ ਆਮ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸੁਰੱਖਿਆ ਕਰਮਚਾਰੀ ਜਾਂ ਗੈਰ ਸਰਕਾਰੀ ਨਾਗਰਿਕ ਜੁਰਮ ਅਪਰਾਧ ਨੂੰ ਰੋਕਣ ਲਈ ਕਾਰਵਾਈ ਕਰ ਸਕਦੇ ਹਨ, ਪਰੰਤੂ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਕਾਨੂੰਨ ਦੇ ਤਹਿਤ ਹੋਣ ਵਾਲੇ ਅਪਰਾਧਾਂ ਜਾਂ ਜੁਰਮ ਦਾ ਗਿਆਨ ਹੋਵੇ। ਜਦੋਂ ਕਿ ਭਾਰਤੀ ਦੰਡ ਸੰਹਿਤਾ ਵਿੱਚ ਜੁਰਮਾਂ ਨੂੰ ਬਹੁਤ ਚੰਗੇ ਢੰਗ ਨਾਲ ਤਰਤੀਬ ਅਨੁਸਾਰ ਲਿਖਿਆ ਗਿਆ ਹੈ। ਉਹਨਾਂ ਵਿੱਚੋਂ ਕੁਝ ਅਜਿਹੇ ਅਪਰਾਧ ਹਨ ਜੋ ਮਨੁੱਖ ਦੇ ਜਾਨ ਅਤੇ ਮਾਲ ਨਾਲ ਸੰਬੰਧਿਤ ਹਨ। ਇਹ ਜੁਰਮ ਲਗਭਗ ਹਰ ਰੋਜ਼ ਜਾਂ ਆਮ ਤੌਰ 'ਤੇ ਹੀ ਹੁੰਦੇ ਰਹਿੰਦੇ ਹਨ। ਭਾਵੇਂ ਬਹੁਤ ਸਾਰੇ ਜੁਰਮ ਹਨ, ਪਰ ਤੁਹਾਡੇ ਲਈ ਇਹ ਜਾਣਨਾ ਠੀਕ ਹੋਵੇਗਾ ਕਿ IPC ਅਨੁਸਾਰ ਇਸ ਵਿੱਚ ਧਾਰਾਵਾਂ ਕਿਵੇਂ ਲਿਖੀਆਂ ਜਾਂਦੀਆਂ ਹਨ। ਸ਼ੁਰੂ ਕਰਨ ਲਈ ਮੋਟੇ ਸ਼ਬਦਾਂ ਵਿੱਚ ਪਹਿਲਾਂ ਜੁਰਮ ਬਾਰੇ ਬਿਆਨ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਜੁਰਮ ਦਾ ਬਿਆਨ ਅਪਸ਼ਟ ਰੂਪ ਵਿੱਚ ਜਾਂ ਸ਼ੱਕੀ ਰੂਪ ਵਿੱਚ ਲਿਖਿਆ ਜਾਵੇਗਾ। ਕੁਝ ਕੇਸਾਂ ਵਿੱਚ ਹੋਰ ਵਧੇਰੇ ਸਪਸ਼ਟੀਕਰਨ ਦਿੱਤੇ ਜਾਂਦੇ ਹਨ ਤਾਂ ਕਿ ਜੁਰਮ ਦੇ ਸਾਰੇ ਪੱਖ ਉਜਾਗਰ ਹੋ ਸਕਣ। ਆਪਾਂ ਹੁਣ ਇਹਨਾਂ ਸਾਰੇ ਪੱਖਾਂ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈ IPC, ਇੰਡੀਅਨ ਪੈਨਲ ਕੋਡ। ਇੰਡੀਅਨ ਪੈਨਲ ਕੋਡ ਦਾ ਅਰਥ ਹੈ ਭਾਰਤੀ ਦੰਡ ਸੰਹਿਤਾ। ਆਪਣੀਆਂ ਭੂਮਿਕਾਵਾਂ 'ਤੇ ਆਧਾਰਿਤ ਸੁਰੱਖਿਆ ਕਰਮਚਾਰੀਆਂ ਨੂੰ ਜੁਰਮਾਂ ਦੇ ਬਾਰੇ ਪੂਰਾ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸੇ ਹੀ ਤਰ੍ਹਾਂ ਜਾਇਦਾਦ, ਲੋਕਾਂ ਅਤੇ ਭਾਰਤੀ ਦੰਡ ਸੰਹਿਤਾ ਵਿੱਚ ਦਰਜ ਕੀਤੀਆਂ ਧਾਰਾਵਾਂ, ਸੂਚਨਾਵਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀਤੇ ਜਾਣ ਵਾਲੇ ਕੁਝ ਜੁਰਮਾਂ, ਉਹਨਾਂ ਨਾਲ ਸੰਬੰਧਿਤ ਅਤੇ ਧਾਰਾਵਾਂ ਕੁਝ ਵੀ ਇਸ ਪ੍ਰਕਾਰ ਹਨ। ਇੰਡੀਅਨ ਪੈਨਲ ਕੋਡ 1860 ਦੇ ਚੈਪਟਰ 4 ਵਿੱਚ 76 ਤੋਂ ਲੈ ਕੇ 106 ਤੱਕ ਧਾਰਾਵਾਂ ਸ਼ਾਮਲ ਹਨ। ਧਾਰਾਵਾਂ 76 ਤੋਂ ਲੈ ਕੇ 95 ਤੱਕ ਕੁਝ ਅਜਿਹੇ ਕੰਮਾਂ ਨਾਲ ਸੰਬੰਧਿਤ ਹਨ ਜੋ ਕਿਸੇ ਸਮੇਂ ਵਿਸ਼ੇਸ਼ ਹਾਲਤਾਂ ਅਨੁਸਾਰ ਜੁਰਮ ਨਹੀਂ ਹਨ। ਇਸ ਚੈਪਟਰ ਨਾਲ ਸੰਬੰਧਿਤ 96 ਤੋਂ ਲੈ ਕੇ 106 ਤੱਕ ਧਾਰਾਵਾਂ ਦਾ ਸੰਬੰਧ ਨਿੱਜੀ ਸੁਰੱਖਿਆ ਦੇ ਅਧਿਕਾਰਾਂ ਨਾਲ ਹੈ। ਹੁਣ ਹੈ ਚੈਪਟਰ 16। ਚੈਪਟਰ 16 ਵਿੱਚ ਉਹਨਾਂ ਅਪਰਾਧਾਂ ਦੀ ਸੂਚੀ ਹੈ ਜੋ ਧਾਰਾ 299 ਤੋਂ ਲੈ ਕੇ 377 ਤੱਕ ਮਨੁੱਖੀ ਸਰੀਰ ਅਤੇ ਜਾਨ ਮਾਲ ਨਾਲ ਸੰਬੰਧਿਤ ਹਨ। ਇਹਨਾਂ ਵਿੱਚ ਕੁਝ ਹੱਤਿਆ, ਆਮ ਹੱਤਿਆ, ਨੁਕਸਾਨ ਪਹੁੰਚਾਉਣਾ, ਤਾਕਤ ਦੀ ਵਰਤੋਂ, ਹਮਲਾ, ਬਲਾਤਕਾਰ, ਅਗਵਾ ਕਰਨਾ, ਗੈਰ ਕਾਨੂੰਨੀ ਢੰਗ ਨਾਲ ਬੰਦ ਕਰਕੇ ਰੱਖਣਾ, ਧੱਕੇ ਨਾਲ ਚੁੱਕ ਕੇ ਲੈ ਜਾਣਾ ਆਦਿ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਹੁਣ ਹੈ ਚੈਪਟਰ 17। ਚੈਪਟਰ 17 ਵਿੱਚ ਉਹਨਾਂ ਜੁਰਮਾਂ ਦੀ ਸੂਚੀ ਸ਼ਾਮਲ ਹੈ ਜੋ ਧਾਰਾ 73B ਦੇ ਅਧੀਨ ਜਾਇਦਾਦ ਸੰਬੰਧੀ ਹਨ, ਜੋ ਚੋਰੀ ਨਾਲ ਸੰਬੰਧਿਤ ਹਨ ਅਤੇ ਧਾਰਾ 462 ਤੱਕ ਚੱਲਦੇ ਹਨ। ਇਹਨਾਂ ਧਾਰਾਵਾਂ ਦਾ ਸੰਬੰਧ ਉਹਨਾਂ ਸਾਰੇ ਹੀ ਜੁਰਮਾਂ ਨਾਲ ਸੰਬੰਧਿਤ ਹੈ ਜੋ ਚੱਲ ਜਾਂ ਚੱਲ ਜਾਇਦਾਦ ਨਾਲ ਸੰਬੰਧ ਰੱਖਦੇ ਹਨ, ਜਿਵੇਂ ਚੋਰੀ, ਡਕੈਤੀ, ਡਾਕਾ, ਲੁੱਟਮਾਰ, ਧੱਕੇ ਨਾਲ ਘਰ ਵਿੱਚ ਜਾਂ ਜਾਇਦਾਦ 'ਚ ਵੜ ਜਾਣਾ, ਘਰ ਭੰਨਣਾ ਜਾਂ ਜ਼ਬਰਦਸਤੀ ਭੰਨਤੋੜ ਕਰਨਾ ਆਦਿ। ਇਸ ਤੋਂ ਬਾਅਦ ਹੈ ਚੈਪਟਰ ਨੰਬਰ 18। ਚੈਪਟਰ ਨੰਬਰ 18 ਵਿੱਚ ਸੈਕਸ਼ਨ 493 ਤੋਂ ਲੈ ਕੇ 499E ਤੱਕ ਧਾਰਾਵਾਂ ਦਾ ਵਰਣਨ ਹੁੰਦਾ ਹੈ। ਉਹਨਾਂ ਜੁਰਮਾਂ ਨਾਲ ਸੰਬੰਧਿਤ ਹੈ ਜੋ ਜ਼ਰੂਰੀ ਦਸਤਾਵੇਜ਼ਾਂ ਅਤੇ ਜਾਇਦਾਦ ਸੰਬੰਧੀ ਉਲੰਘਣਾ, ਰਜਿਸਟਰੀ ਗੁੰਮ ਕਰਨਾ, ਚੋਰੀ ਕਰਨਾ ਆਦਿ ਨਾਲ ਸੰਬੰਧਿਤ ਹਨ।
ਹੁਣ ਹੈ ਇਸ ਤੋਂ ਅੱਗੇ ਪਸਾਰਾ ਐਕਟ, ਪ੍ਰਾਈਵੇਟ ਸਿਕਿਉਰਿਟੀ ਏਜੰਸੀ ਰੈਗੂਲੇਸ਼ਨ ਐਕਟ 2005। ਬਾਜ਼ਾਰ ਵਿੱਚ ਉਦਯੋਗ ਅਤੇ ਵਣਜ ਨਾਲ ਸੰਬੰਧਿਤ ਸੁਰੱਖਿਆ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਮਾਤਰਾ ਵਿੱਚ ਸੁਰੱਖਿਆ ਏਜੰਸੀਆਂ ਪੈਦਾ ਹੋ ਗਈਆਂ ਹਨ। ਇਹਨਾਂ ਨੂੰ ਨਿਯਮਿਤ ਕਰਨ ਲਈ ਉਪਰੋਕਤ ਕਾਨੂੰਨ ਬਣਾਇਆ ਗਿਆ ਹੈ। ਭਾਰਤ ਸਰਕਾਰ ਨੇ ਨਿੱਜੀ ਸੁਰੱਖਿਆ ਏਜੰਸੀ ਐਕਟ ਪਸਾਰਾ 2005 ਪਾਸ ਕਰਕੇ ਲਾਗੂ ਕੀਤਾ ਹੈ, ਜਦੋਂ ਕਿ ਇਹ ਕਾਨੂੰਨ ਕਾਫੀ ਵਿਸਥਾਰ ਨਾਲ ਕਾਨੂੰਨੀ ਢਾਂਚੇ ਦੀ ਵਿਆਖਿਆ ਕਰਦਾ ਹੈ। ਫਿਰ ਵੀ ਕਾਨੂੰਨ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਨਿਯਮ ਤਿਆਰ ਕੀਤੇ ਜਾਂਦੇ ਹਨ। ਇਹ ਕਾਨੂੰਨ ਵਿਸ਼ੇਸ਼ ਤੌਰ 'ਤੇ ਸ਼ਬਦਾਵਲੀ ਅਤੇ ਪਰਿਭਾਸ਼ਾ ਨੂੰ ਲਾਗੂ ਕਰਨ ਦਾ ਯਤਨ ਕਰਦਾ ਹੈ। ਕਾਨੂੰਨ ਵਿੱਚ ਨਿੱਜੀ ਸੁਰੱਖਿਆ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: ਇੱਕ ਵਿਅਕਤੀ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਕਿਸੇ ਸਰਕਾਰੀ ਅਫਸਰ ਨੂੰ ਬਚਾਉਣਾ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਕਰਨਾ, ਜਾਂ ਜਾਇਦਾਦ ਜਾਂ ਦੋਵੇਂ ਹੀ ਵਿਅਕਤੀ ਅਤੇ ਜਾਇਦਾਦ ਦੀ ਸੁਰੱਖਿਆ ਵਿੱਚ ਕਰਨਾ ਅਤੇ ਉਹਨਾਂ ਵਿੱਚ ਹਥਿਆਰਬੰਦ ਕਾਰਵਾਈ ਕਰਨਾ, ਸੇਵਾ ਦਾ ਪ੍ਰਬੰਧ ਵੀ ਸ਼ਾਮਲ ਹੈ। ਸਾਰੀਆਂ ਹੀ ਸੁਰੱਖਿਆ ਏਜੰਸੀਆਂ ਇਹਨਾਂ ਕਾਨੂੰਨਾਂ ਦੀਆਂ ਪਾਲਣਾ ਕਰਦੀਆਂ ਹਨ ਅਤੇ ਆਪਣੇ ਉੱਪਰ ਲਾਗੂ ਕਰਦੀਆਂ ਹਨ। ਹੁਣ ਲੈਂਦੇ ਹਾਂ ਐਕਸਪਲੋਜ਼ਿਵ ਐਕਟ 1984। ਇਹ ਕਾਨੂੰਨ ਧਮਾਕਾਖੇਜ ਹਥਿਆਰ ਬਣਾਉਣ, ਹਥਿਆਰ ਰੱਖਣ, ਹਥਿਆਰ ਵਰਤਣ, ਵੇਚਣ, ਇੱਧਰ ਉੱਧਰ ਲੈ ਕੇ ਜਾਣ, ਹਥਿਆਰ ਬਰਾਮਦ ਕਰਨ ਅਤੇ ਬਰਾਮਦ ਕਰਨ ਸੰਬੰਧੀ ਇਹ ਕਾਨੂੰਨ ਉਪਰੋਕਤ ਨਿਯਮਾਂ ਤੋਂ ਇਲਾਵਾ ਧਮਾਕਾਖੇਜ ਹਥਿਆਰ ਰੱਖਣ, ਲਾਇਸੈਂਸ, ਅਪੀਲਾਂ, ਜੁਰਮਾਂ ਅਤੇ ਸਜ਼ਾਵਾਂ ਸੰਬੰਧੀ ਨਿਯਮਾਂ ਨੂੰ ਤੈਅ ਕਰਦੇ ਹਨ। ਇਸ ਕਾਨੂੰਨ ਨੂੰ 8 ਜੂਨ 1908 ਨੂੰ ਲਾਗੂ ਕੀਤਾ ਗਿਆ ਸੀ। ਇਹ ਸਾਰੇ ਭਾਰਤ ਵਿੱਚ ਲਾਗੂ ਕੀਤਾ ਗਿਆ। ਇਹ ਕਾਨੂੰਨ ਭਾਰਤ ਦੇ ਬਾਹਰ ਰਹਿੰਦੇ ਭਾਰਤ ਵਿੱਚ ਰਹਿੰਦੇ ਭਾਰਤ ਦੇ ਨਾਗਰਿਕ 'ਤੇ ਵੀ ਲਾਗੂ ਹੁੰਦਾ ਹੈ। ਇਹ ਜ਼ਰੂਰੀ ਤੌਰ 'ਤੇ ਧਮਾਕਾਖੇਜ ਪਦਾਰਥਾਂ ਨਾਲ ਸੰਬੰਧਿਤ ਨਿਯਮਾਂ ਅਤੇ ਕੰਟਰੋਲ ਨਾਲ ਸੰਬੰਧਿਤ ਹੈ, ਜਿਸ ਵਿੱਚ ਸ਼ਾਮਲ ਹਨ ਕੋਈ ਵੀ ਸਮੱਗਰੀ ਜਿਸ ਤੋਂ ਕੋਈ ਧਮਾਕਾਖੇਜ ਪਦਾਰਥ, ਕੋਈ ਯੰਤਰ ਜਾਂ ਮਸ਼ੀਨ ਜਾਂ ਕੋਈ ਵੀ ਸਹਾਇਕ ਸਮੱਗਰੀ ਬਣਾਈ ਜਾ ਸਕਦੀ ਹੋਵੇ। ਧਮਾਕਾਖੇਜ ਪਦਾਰਥਾਂ ਸੰਬੰਧੀ ਐਕਟ 1884 ਦੀਆਂ ਧਾਰਾਵਾਂ 5 ਅਤੇ 7 ਦੇ ਅਧੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰੀ ਸਰਕਾਰ ਨੇ ਕਾਨੂੰਨ ਬਣਾਏ ਹਨ। ਇਹਨਾਂ ਨੂੰ ਧਮਾਕਾਖੇਜ ਸਮੱਗਰੀ ਸੰਬੰਧੀ ਨਿਯਮ ਕਿਹਾ ਜਾਂਦਾ ਹੈ। ਇਹਨਾਂ ਨਿਯਮਾਂ ਵਿੱਚ ਇਹਨਾਂ ਨਾਲ ਸੰਬੰਧਿਤ ਜੁਰਮਾਂ ਅਤੇ ਸਜ਼ਾਵਾਂ ਨੂੰ ਵੀ ਲਿਖਿਆ ਗਿਆ ਹੈ। ਸਿਕਿਉਰਿਟੀ ਸਟਾਫ ਅਤੇ ਪ੍ਰਾਈਵੇਟ ਪਰਸਨ ਫਾਰ ਅਰੈਸਟਿੰਗ ਵਲੀਕ ਡਿਟੇਨਿੰਗ, ਭਾਵ ਗ੍ਰਿਫਤਾਰੀ, ਹਿਰਾਸਤ ਸੰਬੰਧੀ ਸੁਰੱਖਿਆ ਕਰਮਚਾਰੀ ਵਲੀਕ ਨਿੱਜੀ ਸੁਰੱਖਿਆ ਕਰਮਚਾਰੀ ਲਈ ਕੁਝ ਨਿਯਮ ਜਾਂ ਨਿਰਦੇਸ਼ ਬਣਾਏ ਗਏ ਹਨ, ਜੋ ਕਿ ਇਸ ਪ੍ਰਕਾਰ ਹਨ। ਔਰਤ ਕੈਦੀ ਨਾਲ ਮਰਦ ਸੁਰੱਖਿਆ ਅਧਿਕਾਰੀ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ। ਨੰਬਰ 2, ਕੈਦੀ ਨਾਲ ਔਰਤ ਸੁਰੱਖਿਆ ਕਰਮਚਾਰੀ ਜਾਂ ਸੰਬੰਧਿਤ ਕੈਦੀ ਦੀ ਪ੍ਰਬੰਧਕ ਟੀਮ ਦਾ ਕੋਈ ਵੀ ਮੈਂਬਰ ਰਹਿਣਾ ਚਾਹੀਦਾ ਹੈ। ਇਸ ਪ੍ਰਕਾਰ ਇੱਕ ਮਰਦ ਕੈਦੀ ਨੂੰ ਇਕੱਲੀ ਔਰਤ ਸੁਰੱਖਿਆ ਕਰਮਚਾਰੀ ਕੋਲ ਨਹੀਂ ਰੱਖਣਾ ਚਾਹੀਦਾ। ਇੱਕ ਸੁਰੱਖਿਆ ਕਰਮਚਾਰੀ ਨੂੰ ਕਿਸੇ ਵਿਅਕਤੀ ਦੇ ਬੈਗ ਦੇ ਸਮਾਨ ਦੀ ਤਲਾਸ਼ੀ ਲੈਣ ਦਾ ਕੋਈ ਹੱਕ ਨਹੀਂ ਹੈ ਜਾਂ ਉਸ ਵਿਅਕਤੀ ਦੀ ਤਲਾਸ਼ੀ ਲਈ ਜਾ ਸਕਦੀ ਹੈ ਜਿਸ ਨੂੰ ਉਸਨੇ ਗ੍ਰਿਫਤਾਰ ਕੀਤਾ ਜਾਂ ਹਿਰਾਸਤ 'ਚ ਲਿਆ ਹੈ। ਉਨੀ ਦੇਰ ਤੱਕ ਅਜਿਹਾ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਯਕੀਨ ਕਰਨ ਲਈ ਕੋਈ ਠੋਸ ਹਕੀਕਤ ਨਾ ਹੋਵੇ ਕਿ ਕੈਦੀ ਕੋਲ ਕੋਈ ਅਜਿਹਾ ਹਥਿਆਰ ਹੈ ਜਿਸ ਨਾਲ ਉਹ ਖੁਦ ਨੂੰ ਜਾਂ ਦੂਸਰਿਆਂ ਨੂੰ ਫੱਟੜ ਜਾਂ ਚੋਟ ਜਾਂ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਅਮਨ ਅਤੇ ਕਾਨੂੰਨ ਬਣਾਈ ਰੱਖਣਾ ਰਾਜ ਦੀ ਜ਼ਿੰਮੇਵਾਰੀ ਹੈ। ਫਿਰ ਵੀ ਕੇਂਦਰ ਸਰਕਾਰ ਕੋਲ ਸੁਰੱਖਿਆ ਫੌਜਾਂ ਰੱਖਣ ਅਤੇ ਉਹਨਾਂ ਦਾ ਪ੍ਰਬੰਧ ਕਰਨ ਦੀ ਤਾਕਤ ਹਥਿਆਰਬੰਦ ਫੌਜਾਂ ਤਹਿਤ ਕਾਨੂੰਨ ਅਨੁਸਾਰ ਹੁੰਦੀ ਹੈ। ਸੰਨ 2005 ਵਿੱਚ ਭਾਰਤ ਵਿੱਚ ਨਿੱਜੀ ਸੁਰੱਖਿਆ ਏਜੰਸੀਆਂ ਨਿਯਮ ਪਸਾਰਾ ਲਾਗੂ ਕੀਤਾ ਗਿਆ। ਨਿੱਜੀ ਸੁਰੱਖਿਆ ਏਜੰਸੀਆਂ ਨੂੰ ਪਸਾਰਾ ਕਾਨੂੰਨ ਤਹਿਤ ਚਲਾਇਆ ਜਾਂਦਾ ਹੈ। ਇਹ ਜ਼ਰੂਰੀ ਹੈ
ਕਿ ਸੁਰੱਖਿਆ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਦੇਸ਼ ਦੇ ਕਾਨੂੰਨ ਨੂੰ ਸਪਸ਼ਟ ਰੂਪ ਵਿੱਚ ਸਮਝ ਲੈਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਾਲ ਜੁੜੇ ਹੋਏ ਕਰਤੱਵ ਸਹੀ ਤਰੀਕੇ ਨਾਲ ਚੱਲ ਸਕਣ। ਉਹਨਾਂ ਨੂੰ ਕੁਝ ਸਧਾਰਨ ਛੋਟਾਂ ਜੋ ਭਾਰਤੀ IPC ਦੇ ਤਹਿਤ ਮਿਲੀਆਂ ਹੋਈਆਂ ਹਨ ਅਤੇ ਨਾਗਰਿਕ ਦੇ ਨਿੱਜੀ ਸੁਰੱਖਿਆ ਹੱਕਾਂ ਜੋ ਕਿ ਉਹ ਆਪਣੇ ਕਰਤੱਵ ਸਫਲਤਾਪੂਰਵਕ ਨਿਭਾ ਸਕਣ ਅਤੇ ਉਹ ਕਾਨੂੰਨ ਪ੍ਰਤੀ ਵਫਾਦਾਰੀ ਜ਼ਰੂਰ ਦਿਖਾਉਣ। ਇਸ ਇਕਾਈ ਵਿੱਚ ਤੁਸੀਂ ਭਾਰਤ ਵਿੱਚ ਮੌਜੂਦ ਸਰਕਾਰੀ ਅਤੇ ਨਿੱਜੀ ਸੁਰੱਖਿਆ ਬਾਰੇ ਸਿੱਖੇ ਹੋ। ਸਾਨੂੰ ਦੇਸ਼ ਦੇ ਕਾਨੂੰਨ ਅਤੇ ਨਿਯਮਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੁਆਰਾ ਸਰਕਾਰੀ ਅਤੇ ਨਿੱਜੀ ਸੁਰੱਖਿਆ ਏਜੰਸੀਆਂ ਕੰਮ ਕਰਦੀਆਂ ਹਨ। ਪਿਆਰੇ ਬੱਚਿਓ, ਅੱਜ ਤੁਸੀਂ ਸਪੈਸ਼ਲ ਐਕਟ ਦੇ ਬਾਰੇ ਇਹ ਵੀਡੀਓ ਦੇਖੀ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਸੀ। ਇਸ ਤੋਂ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਤੋਂ ਅੱਗੇ ਦੱਸਾਂਗਾ। ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਥੈਂਕ ਯੂ, ਧੰਨਵਾਦ।